ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ, ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮ ਓੰਕਾਰ ਜੋਰੀ, ਨਮ ਓੰਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਓੰਕਾਰ ਅਨੁਰਾਗ। ਇਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਇਕ ਓੰਕਾਰਾ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਏਮ ਉਪਦੇਸ਼ ਲਿਹੁ ਰਿਦ ਧਾਰੇ। ਹਲਤ ਪਲਤ ਮਹਿ ਰਹੋ ਸੁਖਾਰੇ। ਹਿਮ ਕਹਿ ਸਤਿਗੁਰ ਹੈ ਮੰਗਵਾਇਓ। ਕੰਚਨ ਜ਼ੀਨ ਸਹਿਤ ਚਲ ਆਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿਮ ਉਪਦੇਸ਼ ਲਿਹੁ ਰਿਦ ਧਾਰੇ। ਹਲਤ ਪਲਤ ਮਹਿ ਰਹੋ ਸੁਖਾਰੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਬਾਬਾ ਗੁਰਦਿੱਤਾ ਜੀ ਦੇ ਨਾਲ ਕਰਤਾਰਪੁਰ ਸਾਹਿਬ ਭੇਜ ਦਿੱਤਾ। ਉਸ ਰਾਤ ਸਤਿਗੁਰੂ ਜੀ ਡਰੌਲੀ ਦੇ ਵਿੱਚ ਰਹੇ ਔਰ ਉਸ ਤੋਂ ਅਗਲੇ ਦਿਨ ਸਤਿਗੁਰੂ ਜੀ ਨੇ ਤਿਆਰੀ ਕਰਵਾਈ ਕਿ ਬੇਦੀ ਚੰਦ ਹੁਣ ਡਰੌਲੀ ਦੇ ਵਿੱਚ ਨਹੀਂ, ਡਰੌਲੀ ਤੋਂ ਕਿਤੇ ਹੋਰ ਜਾਣਾ ਹੈ। ਸਵੇਰੇ ਜਦੋਂ ਨਗਾਰਾ ਵੱਜਿਆ ਸੂਰਬੀਰ ਯੋਧੇ ਸਾਰੇ ਤਿਆਰ ਹੋ ਗਏ। ਡਰੌਲੀ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਸਤਿਗੁਰੂ ਦੇ ਚਰਨਾਂ ਵਿੱਚ ਆਏ ਕਿ ਸਤਿਗੁਰੂ ਜੀ ਹੁਣ ਅਸੀਂ ਅਰਦਾਸ ਕਿਹਦੇ ਕੋਲ ਕਰਾਂਗੇ, ਸਾਡਾ ਰੱਖਿਅਕ ਕੌਣ ਹੋਏਗਾ। ਔਰ ਸਤਿਗੁਰੂ ਜੀ ਨੇ ਡਰੌਲੀ ਵਾਲਿਆਂ ਨੂੰ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਕਿਹਾ ਕਿ ਭਾਈ ਇਸ ਸਥਾਨ 'ਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਜਿੱਥੇ ਗੁਰਦਿੱਤਾ ਜੀ ਦੀ ਮਾਤਾ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਸਰੀਰ ਛੱਡ ਕੇ ਗਏ, ਵੀ ਅਸੀਂ ਇਸ ਥਾਂ 'ਤੇ ਹਰ ਵੇਲੇ ਹਾਜ਼ਰ ਨਾਜ਼ਰ ਰਹਾਂਗੇ। ਇੱਥੇ ਆ ਕੇ ਤੁਸੀਂ ਸਵੇਰੇ ਸ਼ਾਮੀ ਸੰਗਤ ਕਰਿਆ ਕਰੋ, ਆਸਾ ਕੀ ਵਾਰ ਦਾ ਕੀਰਤਨ ਕਰਿਆ ਕਰੋ, ਕਰਾਇਆ ਕਰੋ। ਸ਼ਾਮ ਨੂੰ ਸੋਦਰ ਦੀ ਬਾਣੀ ਪੜ੍ਹਨੀ ਅਤੇ ਸੁਣਨੀ ਹੈ। ਫਿਰ ਜਿੰਨੀ ਹੋ ਸਕੇ ਬਾਣੀ ਪੜ੍ਹ ਕੇ ਉਹਦੀ ਵਿਚਾਰ ਵੀ ਕਰਨੀ ਹੈ। ਔਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਵਿਚਾਰ ਕੇਵਲ ਅੱਖਰਾਂ ਦੇ ਨਾਲ ਨਹੀਂ, ਉਸ ਵਿਚਾਰ ਨੂੰ ਜੀਵਨ ਦਾ ਆਚਾਰ ਵੀ ਬਣਾਉਣਾ ਹੈ। ਉਪਦੇਸ਼ ਦੇਖ ਕੇ ਕਹਿੰਦੇ ਨੇ ਕਿ ਹਿਮ ਉਪਦੇਸ਼ ਲਿਹੁ ਰਿਦ ਧਾਰੇ। ਹਲਤ ਪਲਤ ਮੈਂ ਰਹੋ ਸੁਖਾਰੇ। ਕਿ ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ ਲਿਓ। ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਜੇ ਉਸ ਮੁਤਾਬਕ ਜੀਵਨ ਤੁਸੀਂ ਜਿਉਂ ਲਿਆ ਤੇ ਹਲਤ ਪਲਤ ਦੇ ਵਿੱਚ ਤੁਹਾਨੂੰ ਸੁੱਖ ਮਿਲਣਗੇ। ਹਿਮ ਕਹਿ ਸਤਿਗੁਰ ਹੈ ਮੰਗਵਾਇਓ। ਕੰਚਨ ਜ਼ੀਨ ਸਹਿਤ ਚਲੇ ਆਇਓ। ਇੰਨੇ ਬਚਨ ਡਰੌਲੀ ਦੀਆਂ ਸਿੱਖ ਸੰਗਤਾਂ ਨਾਲ ਗੁਰੂ ਸਾਹਿਬ ਜੀ ਨੇ ਕੀਤੇ
ਤੇ ਫਿਰ ਭਾਈ ਬਿਧੀ ਚੰਦ ਨੂੰ ਕਹਿ ਕੇ ਘੋੜਾ ਮੰਗਵਾਇਆ ਕਿ ਜਿਹੜੇ ਘੋੜੇ ਉੱਤੇ ਸੋਨੇ ਦੇ ਕੰਚਨ ਦੀ ਬੜੀ ਸੋਹਣੀ ਕਾਠੀ ਪਈ ਹੋਈ ਹੈ, ਉਹ ਘੋੜਾ ਆ ਗਿਆ। ਬਾਰ ਬਾਰ ਫੁਰਕਤ ਬਲ ਐਨ, ਚੰਚਲ ਮਨੋ ਨਾਗਰੀ ਨੈਣ। ਕਹਿੰਦੇ ਬੜਾ ਬਲਵਾਨ ਘੋੜਾ ਹੈ, ਫੁਰਤੀਲਾ ਹੈ, ਚੰਚਲ ਬੜਾ ਹੈ, ਬਾਰ ਬਾਰ ਫੁਰਕਦਾ ਹੈ, ਬਾਰ ਬਾਰ ਪੈਰਾਂ ਦੇ ਉੱਤੇ ਜਿਵੇਂ ਨੱਚਦਾ ਹੈ, ਕਿਉਂਕਿ ਚੰਚਲ ਬੜਾ ਟਿਕਦਾ ਨਹੀਂ, ਬਲਵਾਨ ਵੀ ਬੜਾ ਹੈ। ਦਾਸ ਗਏ ਕਰ ਨੇਟ ਸੋ ਰੋਕੈ, ਬਹੁਤ ਸੁੰਦਰ ਮਨ ਹਰਤ ਬਿਲੋਕੈ। ਸੇਵਕ ਘੋੜੇ ਨੂੰ ਫੜ ਕੇ ਜਿਵੇਂ ਮਸੇ ਰੋਕਦੇ ਨੇ, ਕਿਉਂਕਿ ਸੋਹਣਾ ਬੜਾ ਹੈ। ਇੰਨਾ ਸੋਹਣਾ ਘੋੜਾ ਹੈ ਕਿ ਵੇਖਦਿਆਂ ਨਾਲ ਹਰ ਕਿਸੇ ਦਾ ਜਿਵੇਂ ਉਹ ਅੰਦਰੋਂ ਮਨ ਹੀ ਚੁਰਾ ਲੈਂਦਾ ਹੈ ਕਿ ਏਡਾ ਸੋਹਣਾ ਹੈ। ਉਠ ਸਤਿਗੁਰ ਹੈ ਕੋ ਕਰ ਨਮੋ, ਸ੍ਰੀ ਸਤਿਗੁਰ ਸਿਮਰੇ ਤਿਹ ਸਮੋ। ਸਤਿਗੁਰ ਜੀ ਉੱਠੇ, ਘੋੜੇ ਦੇ ਕੋਲ ਗਏ, ਰਕਾਬ ਦੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਮਰਨ ਕਰਦਿਆਂ ਹੋਏ ਉੱਥੇ ਨਮਸਕਾਰ ਕੀਤੀ। ਔਰ ਕਵੀ ਸੰਤੋਖ ਸਿੰਘ ਜੀ ਨੇ ਤੇ ਇਹ ਵੀ ਲਿਖਿਆ ਕਿ ਘੋੜੇ ਨੂੰ ਨਮਸਕਾਰ ਕੀਤੀ, ਪਰ ਕਿਉਂਕਿ ਨਾਮ ਗੁਰੂ ਨਾਨਕ ਸਾਹਿਬ ਜੀ ਦਾ ਲਿਆ ਹੈ, ਇਸ ਕਰਕੇ ਨਮਸਕਾਰ ਭਾਵੇਂ ਘੋੜੇ ਵਾਲੇ ਪਾਸੇ ਨੂੰ ਕੀਤੀ, ਪਰ ਨਾਮ ਗੁਰੂ ਨਾਨਕ ਸਾਹਿਬ ਦਾ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਨਮਸਕਾਰ ਕੀਤੀ। ਔਰ ਵੈਸੇ ਨਿਹੰਗ ਸਿੰਘ ਜਾਂ ਜਿਹੜੇ ਦਲ ਦੇ ਵਿੱਚ ਰਹਿਣ ਵਾਲੇ ਨੇ, ਜਿਹੜੇ ਸ਼ਸਤਰ ਵਿੱਦਿਆ ਦੇ ਬਾਰੇ ਤੇ ਘੋੜਸਵਾਰੀ ਦੇ ਬਾਰੇ ਪੂਰੀ ਤਰ੍ਹਾਂ ਜਾਣਦੇ ਨੇ, ਉਹਨਾਂ ਨੂੰ ਪਤਾ ਕਿ ਉਹ ਘੋੜੇ ਤੋਂ, ਜਿਹੜੇ ਘੋੜੇ ਦੀ ਸਵਾਰੀ ਕਰਨੀ ਹੈ, ਉਸ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਉਹਨੂੰ ਨਮਸਕਾਰ ਵੀ ਕਰਦੇ ਨੇ। ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਹੈ ਔਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ, ਘੋੜੇ 'ਤੇ ਸਵਾਰ ਹੋਏ ਨੇ। ਪਏ ਅਰੂੜ ਪਿੱਖੇ ਸਮੁਦਾਏ, ਬੰਧਨ ਕਰਤ ਪਏ ਅਗਵਾਈ। ਸਤਿਗੁਰੂ ਜੀ ਦੇ ਘੋੜੇ ਤੇ ਸਵਾਰ ਹੋ ਗਏ, ਸਾਰੇ ਖਲੋਤੇ ਹੋਏ ਵੇਖਦੇ ਨੇ, ਹੱਥ ਜੋੜ ਕੇ ਜਿੱਥੇ ਖੜੇ ਨੇ ਉੱਥੇ ਹੀ ਨਮਸਕਾਰਾਂ ਕਰਦੇ ਨੇ। ਪੁਰਜਨ ਹਟੇ ਸੋ ਪ੍ਰੇਰਿਓ ਘੋਰਾ, ਧੁੰਦਬ ਬਜੇ ਮਨੋ ਘਨ ਘੋਰਾ। ਗੁਰੂ ਸਾਹਿਬ ਜੀ ਨੇ ਪਿੰਡ ਵਾਲਿਆਂ ਨੂੰ ਉੱਥੋਂ ਰੋਕ ਦਿੱਤਾ ਕਿ ਭਾਈ ਤੁਸੀਂ ਹੁਣ ਘਰਾਂ ਨੂੰ ਜਾਓ। ਉੱਥੋਂ ਕੂਚ ਕਰਨ ਦਾ ਜਿਹੜਾ ਨਗਾਰਾ ਸੀ ਉਹ ਵੱਜਿਆ ਹੈ ਤੇ ਘੋੜਾ ਜਿਹੜਾ ਅੱਗੇ ਨੂੰ ਚੱਲ ਪਿਆ। ਤੇਨ ਸਹਸਰ ਬਾਹਣੀ ਚੱਲੇ, ਖੜਗ ਤੁਫੰਗ ਧਰੇ ਕਲ ਮਲੇ। ਇਸ ਵੇਲੇ ਸਤਿਗੁਰੂ ਦੇ ਕੋਲ 3000 ਸੈਨਾ ਹੈ ਜਿਹੜੀ ਨਾਲ ਚੱਲ ਪਈ, ਜਿਨ੍ਹਾਂ ਦੇ ਹੱਥਾਂ 'ਚ ਬੰਦੂਕਾਂ ਨੇ, ਕਿਰਪਾਨਾਂ ਨੇ, ਤੀਰ ਕਮਾਨ ਨੇ, ਇਹ ਸ਼ਸਤਰ ਬਸਤਰ ਸਾਰੇ ਨੇ। ਚਲ ਤੁਸ ਭੱਟ ਕੋ ਤੁਰੰਗ ਨਚਾਵੈ, ਕੋ ਧਵਾਏ ਕਰ ਤੁਪਕ ਚਲਾਵੈ। ਚੱਲਦਿਆਂ ਹੋਇਆ ਕਈ ਸੂਰਬੀਰ ਸੈਨਿਕ ਨੇ ਜਿਹੜੇ ਉਹ ਘੋੜਿਆਂ ਨੂੰ ਭਜਾਉਂਦੇ ਨੇ, ਨਚਾਉਂਦੇ ਨੇ। ਕਈ ਐਨ ਤੇਜ਼ ਭਜਾ ਕੇ ਫਿਰ ਉਹਦੇ ਉੱਤੇ ਬੈਠੇ ਹੋਏ ਗੋਲੀ ਚਲਾਉਂਦੇ ਨੇ। ਬਲੀ ਏਕ ਤੋਂ ਏਕ ਵਿਸਾਲਾ, ਫਿਰ ਤਾਂ ਹੈ ਕੋ ਚੱਲ ਭਟ जाला। ਕਿ ਇੱਕ ਨਾਲੋਂ ਇੱਕ ਵੱਧ ਕੇ ਘੋੜੇ ਬਲਵਾਨ ਸਨ। ਉਹਨਾਂ ਘੋੜਿਆਂ ਦੇ ਉੱਤੇ ਸੂਰਬੀਰ ਉਸ ਤੋਂ ਵੀ ਵੱਡੇ ਬਲਵਾਨ ਨੇ, ਕਿ ਘੋੜਿਆਂ ਦੀ ਜਿਹੜੀ ਚੰਚਲਤਾ ਹੈ ਉਹ ਭਜਾ ਭਜਾ ਕੇ ਵਿਖਾਉਂਦੇ ਨੇ। ਨਾਮ ਧਰਿਓ ਰੂਪਾ ਜਿਹ ਗ੍ਰਾਮ, ਨਿਜ ਸੇਵਕ ਲਖ ਕਰ ਅਬਿਰਾਮ। ਜਿਹੜਾ ਨਵਾਂ ਪਿੰਡ ਵਸਾਇਆ ਭਾਈ ਰੂਪੇ ਨੇ, ਭਾਈ ਸਾਧੂ ਨੇ, ਜਿਹਦਾ ਨਾਮ ਭਾਈ ਰੂਪਾ ਰੱਖਿਆ। ਹੁਣ ਸਤਿਗੁਰੂ ਜੀ ਉੱਥੇ ਆਪਣੇ ਕਿਰਪਾ ਕਰਨ ਵਾਸਤੇ, ਆਪਣੇ ਦਾਸਾਂ ਨੂੰ ਨਿਹਾਲ ਕਰਨ ਵਾਸਤੇ ਇਸ ਭਾਈ ਪਿੰਡ ਰੂਪੇ ਕੇ ਨੂੰ ਚੱਲੇ ਨੇ। ਅਧਿਕ ਕਿਰਪਾ ਕਰਬੇ ਕਹੋ ਤਹਾਂ, ਪ੍ਰਸਥਾਨੇ ਸਤਿਗੁਰ ਬਲ ਮਹਾ। ਮੇਰੇ ਬੜੇ ਸਤਿਗੁਰੂ ਜੀ ਭਾਈ ਰੂਪੇ ਨੂੰ, ਸਾਧੂ ਨੂੰ ਹੋਰ ਨਿਹਾਲ ਕਰਨ ਵਾਸਤੇ ਔਰ ਬਚਨ ਵੀ ਕਹੇ ਸਨ ਕਿ ਤੁਸੀਂ ਜਦੋਂ ਨਗਰ ਵਸਾਓਗੇ, ਕੁਝ ਘਰ ਬਣਾਓਗੇ, ਅਸੀਂ ਇੱਥੇ ਆ ਕੇ ਕੁਝ ਸਮਾਂ ਰਵਾਂਗੇ ਵੀ। ਸਤਿਗੁਰੂ ਜੀ ਪਿੰਡ ਰੂਪੇ ਨੂੰ ਚੱਲੇ ਨੇ। ਮਗ ਮੈਂ ਏਕ ਨਿਸ਼ਾ ਕਰ ਡੇਰਾ, ਅਗਲੇ ਦਿਵਸ ਗ੍ਰਾਮ ਕੋ ਹੇਰਾ। ਚਲਦਿਆਂ ਚਲਦਿਆਂ ਰਾਹ ਦੇ ਵਿੱਚ ਇੱਕ ਥਾਂ 'ਤੇ ਡੇਰਾ ਕੀਤਾ, ਰਾਤ ਉੱਥੇ ਬਤੀਤ ਹੋਈ।
ਸੋਦਰ ਦੀ ਬਾਣੀ ਤੋਂ ਬਾਅਦ ਲੰਗਰ ਛਕਿਆ, ਸੌਂ ਕੇ ਰਾਤ ਬਤੀਤ ਕੀਤੀ ਔਰ ਸਵੇਰੇ ਆਸਾ ਕੀ ਵਾਰ ਭੋਗ ਪਾਉਂਦਿਆਂ ਨਾਲ ਅਗਲੇ ਪਾਸੇ ਚੱਲ ਗਏ ਔਰ ਪਿੰਡ ਰੂਪਾ ਜਾ ਕੇ ਦੇਖਿਆ ਹੈ। ਪਿਤਾ ਪੁੱਤਰ ਸਾਧੂ ਅਰ ਰੂਪਾ ਜਿਨ ਕੇ ਮਨ ਗੁਰ ਪ੍ਰੇਮ ਅਨੂਪਾ। ਕਹਿੰਦੇ ਦੋਵੇਂ ਪਿਓ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ, ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਦੇ ਪ੍ਰਤੀ ਇੰਨਾ ਪ੍ਰੇਮ ਹੈ। ਤੇ ਜੇ ਕੋਈ ਕਵੇ ਕਿੰਨਾ ਪ੍ਰੇਮ ਹੈ ਜੀ, ਕਹਿੰਦੇ ਪ੍ਰੇਮ ਅਨੂਪਾ। ਇੰਨਾ ਪ੍ਰੇਮ ਹੈ ਕਿ ਜਿਹਦੀ ਤੁਲਨਾ ਹੋਰ ਕਿਸੇ ਦੇ ਪ੍ਰੇਮ ਦੇ ਨਾਲ ਕੀਤੀ ਨਹੀਂ ਜਾ ਸਕਦੀ। ਅਨੂਪ ਹੁੰਦਾ ਕਿ ਜਿਹਦੇ ਵਰਗਾ ਹੋਰ ਕੋਈ ਨਹੀਂ, ਹੋਰ ਕਿਸੇ ਦੀ ਬਰਾਬਰੀ ਕੀਤੀ ਨਹੀਂ ਜਾ ਸਕਦੀ। ਗ੍ਰਾਮ ਬਸਾਏ ਰਚੇ ਸੁਭ ਮੰਦਰ, ਬਾਂਛਤ ਗੁਰੂ ਬੰਸੇ ਇਨ ਅੰਦਰ। ਉਹਨਾਂ ਨੇ ਪਿੰਡ ਵਸਾ ਕੇ ਕੁਝ ਘਰਾਂ ਦੀ ਚਿਣਵਾਈ ਕੀਤੀ, ਕੁਝ ਘਰ ਠਾ ਕੇ ਵਸਣੇ ਸ਼ੁਰੂ ਹੋ ਗਏ। ਔਰ ਇਹ ਦੋਵੇਂ ਪਿਓ ਪੁੱਤਰ ਚਾਹੁੰਦੇ ਸਨ ਕਿ ਜਿਹੜੇ ਘਰ ਦੇ ਵਿੱਚ ਅਸੀਂ ਵਸੋਂ ਕਰਨੀ, ਗੁਰੂ ਸਾਹਿਬ ਜੀ ਪਹਿਲੋਂ ਆਉਣ, ਇਸ ਘਰ ਵਿੱਚ ਕੁਝ ਸਮਾਂ ਰਹਿਣ, ਚਾਹੇ ਰਾਤ ਰਹਿਣ, ਕਦੇ ਕੁਛ ਦਿਨ ਰਹਿਣ। ਇਹ ਉਹਨਾਂ ਦੇ ਅੰਦਰ ਦੀ ਚਾਹਤ ਸੀ। ਕਰ ਲੇਪਣ ਬਿਦ ਨੇਕ ਸੁਧਾਰੇ, ਮਨ ਪ੍ਰਸੰਨ ਹੋਏ ਜਿਨੋਂ ਨਿਹਾਰੇ। ਇਸ ਕਰਕੇ ਜਿਹੜਾ ਘਰ ਉਹਨਾਂ ਨੇ ਆਪਣੇ ਨੇ ਬੁਲਾਇਆ, ਉਹਨਾਂ ਨੇ ਇਹ ਸਮਝ ਕੇ ਬਣਾਇਆ ਕਿ ਗੁਰੂ ਦਾ ਘਰ ਹੈ, ਪਹਿਲੋਂ ਗੁਰੂ ਸਾਹਿਬ ਜੀ ਨੇ ਆਉਣਾ ਹੈ। ਇਸ ਕਰਕੇ ਬੜੀ ਭਾਵਨਾ ਦੇ ਨਾਲ ਚੰਗੀ ਤਰ੍ਹਾਂ ਘਰ ਨੂੰ ਲਿੰਬਿਆ ਹੈ। ਔਰ ਕੱਚੇ ਘਰ ਹੁੰਦੇ ਸਨ, ਮਿੱਟੀ ਨਾਲ ਲਿੰਬੇ ਜਾਂਦੇ ਸਨ। ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀ ਚਿੱਤਰਕਾਰੀ ਕੀਤੀ, ਜਿਹਨੂੰ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਨੇ ਕਿ ਇਹ ਗੁਰੂ ਦਾ ਘਰ ਹੈ, ਗੁਰੂ ਨੇ ਇਸ ਘਰ ਵਿੱਚ ਆ ਕੇ ਰਹਿਣਾ ਹੈ। ਧੁੰਦਬ ਬਾਜਤ ਵਾਵਤ ਸੁਣੇ, ਗੁਰ ਡੇਰਾ ਲਖ ਹਰਕਤ ਘੜੇ। ਕਹਿੰਦੇ ਭਾਈ ਸਾਧੂ ਨੇ, ਭਾਈ ਰੂਪੇ ਨੇ ਨਗਾਰੇ ਦੀ ਜਦੋਂ ਆਵਾਜ਼ ਸੁਣੀ ਨਾ, ਬਸ ਨਗਾਰੇ ਦੀ ਆਵਾਜ਼ ਸੁਣਦੇ ਨਾਲ ਸਮਝ ਕੇ ਕਿ ਹੋਰ ਕੋਈ ਨਹੀਂ, ਮੇਰਾ ਗੁਰੂ ਦਾ ਹੀ ਡੇਰਾ ਹੁੰਦਾ ਹੈ, ਮੇਰੀ ਪੀਰੀ ਦੇ ਮਾਲਕ ਆ ਗਏ ਨੇ। ਦੋਨੋਂ ਦੌਰ ਦਰਸ ਕੋ ਧਾਏ, ਮਨੋਂ ਮਿਲਿਓ ਜਲ ਅਧਿਕ ਤਿਹਾਏ। ਕਹਿੰਦੇ ਨਗਾਰਿਆਂ ਦੀ ਆਵਾਜ਼ ਸੁਣਦਿਆਂ ਨਾਲ ਦੋਵੇਂ ਪਿਓ ਪੁੱਤਰ ਨੰਗੇ ਪੈਰੀ ਦੌੜ ਪਏ। ਇਸ ਤਰ੍ਹਾਂ ਛੇਤੀ ਦੇ ਨਾਲ ਭੱਜ ਕੇ ਆਏ, ਜਿਵੇਂ ਕਈ ਦਿਨਾਂ ਤੋਂ ਕੋਈ ਬੰਦਾ ਪਿਆਸਾ ਹੋਵੇ ਨਾ, ਤੇ ਉਹਨੂੰ ਸਾਹਮਣੇ ਲੱਗਦਾ ਹੋਵੇ ਕਿ ਇੱਥੇ ਪਾਣੀ ਹੈ, ਜਲ ਹੈ। ਇਸ ਤਰ੍ਹਾਂ ਦੌੜ ਕੇ ਆਏ ਨੇ। ਚਰਨ ਕਮਲ ਜੁਤ ਸ਼ੁਭ ਤਰਕਾਬ, ਧਰਿਓ ਸੀਸ ਕਹਿ ਜਾਏ ਸਿਤਾਬ। ਕਹਿੰਦੇ ਛੇਤੀ ਦੇ ਨਾਲ ਜਾ ਕੇ ਸਤਿਗੁਰੂ ਦੇ ਸੋਹਣੇ ਚਰਨਾਂ ਕਮਲਾਂ 'ਤੇ, ਜਿਹੜੇ ਚਰਨ ਰਕਾਬ ਦੇ ਵਿੱਚ ਸਨ, ਇੱਕ ਪਾਸੇ ਭਾਈ ਸਾਧੂ ਤੇ ਦੂਜੇ ਪਾਸੇ ਭਾਈ ਰੂਪਾ, ਦੋਵੇਂ ਚਰਨ ਫੜ ਲਏ। ਚਰਨਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕਿਆ। ਕੁਸ਼ਲ ਪ੍ਰਸੰਨ ਕਰ ਗਮਣੇ ਸੰਗ, ਘਰ ਮੈਂ ਆਨੇ ਮੋਦ ਉਮੰਗ। ਸਤਿਗੁਰੂ ਜੀ ਨੇ ਰਾਜੀ ਬਾਜੀ ਪੁੱਛੀ ਕਿ ਭਾਈ ਸਾਧੂ, ਭਾਈ ਰੂਪਚੰਦ ਜੀ, ਆਨੰਦ ਪ੍ਰਸੰਨ ਹੋ। ਦੋਵਾਂ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਹੈ। ਹੁਣ ਬੜੇ ਪਿਆਰ ਦੇ ਨਾਲ ਘੋੜੇ ਦੀ ਰਕਾਬ ਫੜੀ, ਸਤਿਗੁਰੂ ਜੀ ਨੂੰ ਘਰ ਦੇ ਵਿੱਚ ਲੈ ਕੇ ਗਏ ਨੇ। ਦਇਆ ਸਿੰਧ ਕੋ ਗ੍ਰਾਮ ਦਿਖਾਇਓ, ਕਿਰਪਾ ਆਪ ਇਹਾਂ ਬਸਾਇਓ। ਘਰ ਜਾਣ ਤੋਂ ਪਹਿਲੋਂ ਗੁਰੂ ਸਾਹਿਬ ਜੀ ਘੋੜੇ 'ਤੇ ਨੇ, ਭਾਈ ਰੂਪੇ ਨੇ ਘੋੜੇ ਦੀ ਰਕਾਬ ਫੜੀ ਹੋਈ ਹੈ। ਲਗਾਮ ਫੜ ਕੇ ਹੌਲੀ ਹੌਲੀ ਪਿੰਡ ਸਾਰੇ ਦੇ ਵਿੱਚੋਂ ਦੀ ਸਾਰਾ ਪਿੰਡ ਵਿਖਾਇਆ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਇੰਨੇ ਕੁ ਘਰ 'ਤੇ ਵਸ ਗਏ ਨੇ, ਇੰਨੇ ਘਰ ਬਣ ਗਏ ਨੇ, ਇਹ ਕੁਝ ਘਰ ਹੋਰ ਬਣਦੇ ਪਏ ਨੇ। ਆਛੋ ਕੇਣ ਗੁਰੂ ਪਿਖ ਕਹਿਓ, ਪੁਨ ਬਿਸਰਾਮ ਪ੍ਰੰਕੇ ਲਹਿਓ। ਸਤਿਗੁਰੂ ਕਹਿੰਦੇ ਨੇ ਭਾਈ ਬੜੇ ਸੋਹਣੇ ਘਰ ਬਣਾਏ ਨੇ, ਬੜਾ ਸੋਹਣਾ ਨਗਰ ਵਸਾ ਦਿੱਤਾ ਹੈ। ਔਰ ਸਤਿਗੁਰੂ ਜੀ ਨੇ ਸਾਰੇ ਘਰ ਜਿਹੜੇ ਬਣੇ ਸਨ ਵੇਖੇ। ਫਿਰ ਗੁਰੂ ਸਾਹਿਬ ਜੀ ਨੂੰ ਉਤਾਰਿਆ ਘੋੜੇ ਤੋਂ, ਪਿਆਰ ਦੇ ਨਾਲ ਪਲੰਘ ਡਾਹਿਆ। ਉਸ ਪਲੰਘ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਜੀ ਕੁਝ ਵਿਸ਼ਰਾਮ ਕਰਦੇ ਨੇ। ਹਿਤ ਸੇਵਾ ਦੋਨੇ ਰਹਿ ਖਰੇ, ਦੇਖਤ ਦਰਸ ਹੋਤ ਜਨ ਹਰੇ। ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਦੋਵੇਂ ਪਿਓ ਪੁੱਤਰ ਸਤਿਗੁਰੂ ਦੇ ਕੋਲ ਖੜੇ ਰਹੇ। ਸਤਿਗੁਰੂ ਦਾ ਚਿਹਰਾ ਵੇਖ ਵੇਖ ਕੇ, ਦਰਸ਼ਨ ਕਰ ਕਰਕੇ ਅੰਦਰੋਂ ਆਨੰਦ ਦੇ ਨਾਲ ਭਰਦੇ ਸਨ। ਹਮ ਸੇ ਰੰਕਣ ਕੈ ਗੁਰ ਆਵਣ,
ਦੀਨ ਬੰਦਤਾ ਕਰੇ ਜਨਾਵਨ। ਤੇ ਮਨ ਵਿੱਚ ਸੋਚਦੇ ਨੇ ਪਿਓ ਪੁੱਤਰ ਦੋਵੇਂ ਕਿ ਸਾਡੇ ਵਰਗੇ ਗਰੀਬਾਂ ਦੇ ਘਰ ਗੁਰੂ ਸਾਹਿਬ ਜੀ ਦਾ ਆਉਣਾ ਇਹ ਬਿਲਕੁਲ ਸਾਬਤ ਕਰਦਾ ਕਿ ਇਹ ਦੀਨਾਂ ਦੇ ਬੰਧੂ ਨੇ। ਇਹਨਾਂ ਨੂੰ ਤਾਂ ਹੀ ਗਰੀਬ ਨਵਾਜ ਕਿਹਾ ਜਾਂਦਾ ਹੈ ਕਿ ਸਾਡੇ ਵਰਗੇ ਗਰੀਬਾਂ ਨੂੰ ਵੀ ਆ ਕੇ ਨਵਾਜਦੇ ਨੇ। ਹਿਤ ਹਾਂਕੇ ਪੌਣ ਆਣ ਸ਼ੁਭ ਬਾਰੀ, ਚਰਨ ਕਮਲ ਕਰ ਧਰੇ ਪਖਾਰੀ। ਕਹਿੰਦੇ ਪਾਣੀ ਲਿਆ ਕੇ ਸਤਿਗੁਰੂ ਜੀ ਨੂੰ ਉਹ ਜਲ ਛਕਾਇਆ, ਚਰਨ ਧੋਤੇ, ਗੁਰੂ ਸਾਹਿਬ ਜੀ ਦੇ ਹੱਥ ਧੁਆਏ। ਫਿਰ ਇੱਕ ਜਣਾ ਚਰਨ ਘੁੱਟਦਾ, ਚਰਨ ਦਬਾਉਂਦਾ, ਤੇ ਦੂਜਾ ਜਣਾ ਜਿਹੜਾ ਹੈ ਪੱਖੇ ਦੇ ਨਾਲ ਹਵਾ ਚੱਲਦਾ ਹੈ। ਇਤਿਆਦਿਕ ਸਭ ਸੇਵਾ ਕਰੇ ਭਾਉ ਅਦਿਕ ਹੈ, ਨਿਤ ਪ੍ਰਤ ਧਰੇ। ਇਤਿਆਦਿਕ ਇਸ ਤਰ੍ਹਾਂ ਦੇ ਹਰ ਇੱਕ ਸੇਵਾ ਕਰਦੇ ਨੇ, ਔਰ ਦਿਨ ਪ੍ਰਤੀ ਦਿਨ ਸੇਵਾ ਦੇ ਵਿੱਚ ਪ੍ਰੇਮ ਹੋਰ ਬਣਦਾ ਹੈ। ਜੋ ਜੋ ਅਦਿਕ ਪ੍ਰੇਮ ਗੁਰ ਹੇਰੈ, ਤਿਉਂ ਤਿਉਂ ਠਾਨਤ ਕਿਰਪਾ ਕਨੇਰੈ। ਔਰ ਜਿਵੇਂ ਜਿਵੇਂ ਸਤਿਗੁਰੂ ਜੀ ਭਾਈ ਸਾਧੂ ਭਾਈ ਰੂਪੇ ਦੇ ਅੰਦਰ ਪ੍ਰੇਮ ਹੋਰ ਵੱਧਦਾ ਹੋਇਆ ਵੇਖਦੇ ਨੇ, ਉਹ ਉਹਨਾਂ ਦੇ ਉੱਤੇ ਹੋਰ ਕਿਰਪਾ ਕਰਦੇ ਨੇ। ਕਿਉ ਬਾਸ ਕੇ ਤਿਕ ਦਿਨ ਤਾਹਾ, ਕਰ ਗੁਰ ਸੇਵ ਰਜਾਏ ਮਹਾ। ਕੁਝ ਦਿਨ ਸਤਿਗੁਰੂ ਜੀ ਨੇ ਉਸ ਘਰ ਦੇ ਵਿੱਚ ਰਹਿ ਕੇ ਬਤੀਤ ਕੀਤੇ, ਸੇਵਾ ਕਰਦੇ ਰਹੇ। ਸੇਵਾ ਕਰ ਕਰਕੇ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਦੇ ਰਹੇ। ਬਿਦੇ ਚੰਦ ਸੋ ਕਹੇ ਗੁਸਾਏ, ਰੂਪ ਚੰਦ ਬੜ ਸੇਵ ਕਮਾਈ। ਇੱਕ ਦਿਨ ਸਤਿਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ ਕਿ ਭਾਈ ਜੀ, ਇਹ ਰੂਪ ਚੰਦ ਨੇ ਬੜੀ ਸੇਵਾ ਕੀਤੀ ਹੈ, ਬੜੀ ਸੇਵਾ ਕਮਾਈ ਹੈ। ਮੈਂ ਸੇਵਾ ਕੇ ਬਸ ਨਿਤ ਰਹੂੰ, ਮਨ ਤਨ ਕੋ ਦੈਬੋ ਚਹੂੰ। ਤੇ ਸਤਿਗੁਰੂ ਕਹਿੰਦੇ ਨੇ ਭਾਈ ਅਸੀਂ ਤਾਂ ਹਮੇਸ਼ਾ ਹੀ ਸੇਵਾ ਦੇ ਵਸ ਵਿੱਚ ਹਾਂ, ਕਿ ਜਿਹੜਾ ਇੰਨੇ ਪ੍ਰੇਮ ਦੇ ਨਾਲ ਸੇਵਾ ਕਰੇ ਉਹਨਾਂ ਵਾਸਤੇ ਸਾਡਾ ਮਨ ਵੀ ਤੇ ਸਾਡਾ ਤਨ ਵੀ ਹਾਜ਼ਰ ਹੁੰਦਾ ਹੈ। ਸੇਵਕ ਤੇ ਆਦੇ ਨਹਿ ਮੋਰੇ, ਸਾਚ ਉਚਾਰਤ ਹੋ ਟਿਕ ਤੋਰੇ। ਸਤਿਗੁਰੂ ਜੀ ਕਹਿੰਦੇ ਨੇ ਬਿਧੀ ਚੰਦ, ਸੇਵਕ ਵਾਸਤੇ ਕੋਈ ਐਸੀ ਵਸਤੂ ਨਹੀਂ ਜਿਹੜੀ ਅਸੀਂ ਨਹੀਂ ਦੇ ਸਕਦੇ। ਸੇਵਕ ਲਈ ਤੇ ਜੋ ਕੁਛ ਅਸੀਂ ਦੇ ਦੀ ਉਹੀ ਘੱਟ ਹੈ। ਔਰ ਨਾਲ ਸਤਿਗੁਰੂ ਜੀ ਕਹਿੰਦੇ ਨੇ ਬਿਧੀ ਚੰਦ ਮੈਂ ਤੇਰੇ ਕੋਲ ਬਿਲਕੁਲ ਸੱਚ ਕਹਿ ਰਿਹਾ, ਸੇਵਾ ਭਾਵੇਂ ਕੋਈ ਉਦੋਂ ਕਰਦਾ ਸੀ ਭਾਵੇਂ ਅੱਜ ਕਰੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਤਾਂ ਹੀ ਕਹੇ ਨੇ, ਉਹਨਾਂ ਸੇਵਾ ਕਰਨ ਵਾਲਿਆਂ ਵਾਸਤੇ ਕਹੇ ਨੇ ਕਿ ਭਾਈ ਤੂੰ ਚਿੱਤ ਲਾ ਕੇ ਸੇਵਾ ਕਰੀ ਇੱਕ, ਤੇ ਜੇ ਚਿੱਤ ਲਾ ਕੇ ਕਰੇਗਾ ਸੇਵਾ ਸਫਲ ਹੋਏਗੀ। ਇਹ ਬਚਨ ਆਪਾਂ ਪੜ੍ਹਦੇ ਨਾ, ਸਤਿਗੁਰੂ ਕੀ ਸੇਵਾ ਸਫਲ ਹੈ। ਪਰ ਤਾਂ ਜੇ ਕੋ ਕਰੇ ਚਿੱਤ ਲਾਏ, ਤੇ ਫਿਰ ਜਿਹੜਾ ਚਿੱਤ ਲਾ ਕੇ ਕਰਦਾ ਮੇਰਾ ਗੁਰੂ ਉਹਨਾਂ ਵਾਸਤੇ ਹੁਕਮ ਕਰ ਦਿੰਦਾ ਹੈ ਕਿ ਭਾਈ ਹੁਣ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਸਤਿਗੁਰੂ ਕਹਿੰਦੇ ਨੇ ਬਿਧੀ ਚੰਦ ਅਸੀਂ ਬਿਲਕੁਲ ਸੱਚ ਕਹਿੰਦੇ ਕਿ ਇੰਨੀ ਸੇਵਾ ਇਹਨਾਂ ਨੇ ਕੀਤੀ ਹੈ, ਔਰ ਇਹਨਾਂ ਨੂੰ ਤੇ ਜਿੰਨਾ ਦੇ ਦੀ ਉਨਾ ਹੀ ਘੱਟ ਹੈ। ਕਿਵੇਂ ਕਹਿ ਰੂਪਾ ਨਿਕਟ ਹਕਾਰਾ, ਮੰਜੇ ਦੇਣ ਹੇਤ ਬੈਠਾਰਾ। ਇਸ ਤਰ੍ਹਾਂ ਬਚਨ ਕਹਿ ਕੇ ਸਤਿਗੁਰੂ ਕਹਿੰਦੇ ਨੇ ਭਾਈ ਬਿਧੀ ਚੰਦ ਜੀ ਆਹ ਰੂਪ ਚੰਦ ਨੂੰ ਆਵਾਜ਼ ਮਾਰੋ। ਰੂਪ ਚੰਦ ਨੂੰ ਆਪਣੇ ਕੋਲ ਸੱਦਿਆ, ਔਰ ਸਤਿਗੁਰੂ ਜੀ ਨੇ ਮਨ ਬਣਾਇਆ ਕਿ ਕਿਹੜੀ ਚੀਜ਼ ਹੈ ਜਿਹੜੀ ਇਹਨੂੰ ਦਈਏ। ਔਰ ਦੇਖੋ ਕਿੰਨੀ ਕੁ ਉੱਤਮ ਉਹ ਪਦਵੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨੂੰ ਮੰਜੀ ਬਖਸ਼ਦੇ ਆ। ਮੰਜੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸਨ, ਔਰ ਮੰਜੀਆਂ ਦਾ ਭਾਵ ਸੀ ਕਿ ਇਹ ਪ੍ਰਚਾਰਕ ਹੋਇਆ। ਹੁਣ ਜਿਹੜੀ ਥਾਂ 'ਤੇ ਦੇਖੋ ਭਾਵੇਂ ਸਾਡਾ ਉਹ ਜੀਵਨ ਨਹੀਂ, ਪਰ ਇਹ ਗੁਰੂ ਦੀ ਕਿਰਪਾ ਹੀ ਹੈ ਕਿ ਜਿੰਨੀ ਕੁ ਸੇਵਾ ਗ੍ਰੰਥੀ ਸਿੰਘ ਪ੍ਰਚਾਰਕ ਸਿੰਘ ਕਰਦੇ ਨੇ, ਇਹ ਕਹਿੰਦੇ ਕਿ ਪਿਛਲੇ ਜਨਮਾਂ ਦੇ ਕੋਈ ਕਰਮ ਹੀ ਨੇ, ਔਰ ਭਾਗਾਂ ਤੋਂ ਬਿਨਾਂ ਮਿਲਦੀ ਨਹੀਂ। ਭਾਵੇਂ ਅਸੀਂ ਉਸ ਢੰਗ ਦੇ ਨਾਲ ਨਹੀਂ ਨਿਭਾ ਸਕਦੇ, ਪਰ ਗੁਰੂ ਦੀ ਬੜੀ ਕਿਰਪਾ ਹੋਵੇ ਤੇ ਇਵੇਂ ਦੀ ਪਦਵੀ ਮਿਲਦੀ ਤਾਂ ਹੀ ਹੈ। ਹੁਣ ਸਤਿਗੁਰੂ ਜੀ ਵਿਚਾਰ ਕਰਦੇ ਨੇ ਕਿ ਗੁਰੂ ਦੇ ਘਰ ਵਿੱਚ ਸਭ ਕੁਝ ਹੈ, ਪਰ ਇੰਨੇ ਪ੍ਰੇਮ ਨਾਲ ਸੇਵਾ ਕੀਤੀ ਤੇ ਇਹਨੂੰ ਦਈਏ ਕੀ। ਸਤਿਗੁਰੂ ਜੀ ਨੇ ਮੰਜੀ ਦੇਣ ਵਾਸਤੇ, ਮੰਜੀ 'ਤੇ ਬਿਠਾਉਣ ਵਾਸਤੇ, ਔਰ ਮੰਜੀ ਦਾ ਅਰਥ ਕੀਤਾ ਕਿ ਉੱਥੋਂ ਦਾ ਪ੍ਰਚਾਰਕ ਥਾਪਣਾ ਹੈ। ਔਰ ਪ੍ਰਚਾਰਕ ਦੀ
ਜਿਹੜੀ ਇੱਜ਼ਤ ਹੈ, ਮਾਣ ਹੈ, ਗੁਰੂ ਕੇ ਸਿੱਖ ਗੁਰੂ ਜਿੱਦਾਂ ਹੀ ਕਰਦੇ ਸਨ ਔਰ ਭਾਵਨਾ ਵਾਲੇ ਅੱਜ ਵੀ ਕਰਦੇ ਨੇ। ਸੂਤਰ ਜਾਤ ਮੇਰੀ ਕਹਿ ਰੂਪਾ, ਮੰਜੀ ਬੈਠੇ ਊਚ ਅਨੂਪਾ। ਹੁਣ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਰੂਪ ਚੰਦ ਅਸੀਂ ਤੁਹਾਨੂੰ ਮੰਜੀ 'ਤੇ ਬਿਠਾਉਣਾ ਹੈ, ਪ੍ਰਚਾਰਕ ਥਾਪਣਾ ਇਸੇ ਇਲਾਕੇ ਦਾ, ਭਾਈ ਰੂਪ ਚੰਦ ਨੇ ਹੱਥ ਜੋੜਦੇ, ਕਿਉਂਕਿ ਉਸ ਵੇਲੇ ਨੀਚ ਊਚ ਦਾ ਬੋਲਬਾਲਾ ਬਥੇਰਾ ਸੀ। ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹਿ ਕੇ ਕਿ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਕਿ ਜਾਤ ਪਾਤ ਦੇ ਹੰਕਾਰ ਕਰਨ ਵਾਲੇ ਨੂੰ ਗੁਰੂ ਸਾਹਿਬ ਜੀ ਮੂਰਖ ਤੇ ਗਵਾਰ ਵੀ ਕਹਿ ਗਏ। ਪਰ ਭਾਈ ਰੂਪਾ ਜੀ ਨਿਮਰਤਾ ਵਿੱਚ ਆ ਕੇ ਕਹਿੰਦੇ ਨੇ ਸਤਿਗੁਰੂ ਜੀ ਮੇਰੀ ਤੇ ਜਾਤ ਨੀਵੀਂ ਹੈ, ਕਿਉਂਕਿ ਪਿੰਡ ਦੇ ਲੋਕ ਵਿਤਕਰਾ ਕਰਦੇ ਸਨ ਕਿ ਨੀਵੀਂ ਜਾਤ ਵਾਲਿਆਂ ਨੂੰ ਆਪਣੀ ਮੰਜੀ 'ਤੇ ਬੈਠਣ ਨਹੀਂ ਸਨ ਦਿੰਦੇ, ਆਪ ਮੰਜੀ 'ਤੇ ਬੈਠਦੇ ਸਨ ਤੇ ਉਹਨਾਂ ਨੂੰ ਥੱਲੇ ਬਿਠਾਉਂਦੇ ਹੁੰਦੇ ਸਨ। ਭਾਈ ਰੂਪ ਚੰਦ ਜੀ ਕਹਿੰਦੇ ਨੇ ਸਤਿਗੁਰੂ ਜੀ ਸਾਡੀ ਜਾਤ ਨੀਵੀਂ ਹੈ, ਮੰਜੇ ਬੈਠੇ ਊਚ ਅਨੂਪਾ, ਤੇ ਮੰਜੇ ਉੱਤੇ ਤਾਂ ਕੋਈ ਉੱਚੀ ਜਾਤ ਵਾਲੇ ਬੈਠੇ ਤੇ ਤਾਂ ਹੀ ਬੈਠਣਾ ਚਾਹੀਦਾ, ਤਾਂ ਹੀ ਚੰਗਾ ਲੱਗਦਾ, ਕਿਉਂਕਿ ਲੋਕਾਂ ਨੇ ਅੱਜ ਤੱਕ ਕੀਤੇ ਇਹੋ ਕੁਝ ਸੀ। ਮੈਂ ਨਿਤ ਚਾਹੋ ਦਾਸ ਬਹੁਤ ਸੇਵਾ, ਅਪਰਣ ਇੱਛਾ ਸ੍ਰੀ ਗੁਰਦੇਵਾ। ਤੇ ਭਾਈ ਰੂਪ ਚੰਦ ਜੀ ਫਿਰ ਕਹਿੰਦੇ ਨੇ ਸਤਿਗੁਰੂ ਜੀ ਮੰਜੇ 'ਤੇ ਇੱਕ ਤਾਂ ਉੱਚੀ ਜਾਤ ਵਾਲਾ ਬੈਠਣਾ ਚਾਹੀਦਾ, ਦੂਜੀ ਮੇਰੀ ਇੱਛਾ ਵੀ ਕੋਈ ਨਹੀਂ। ਮੈਂ ਤਾਂ ਚਾਹੁੰਦਾ ਕਿ ਆਪ ਜੀ ਦੇ ਸਿੱਖਾਂ ਦੇ ਸੇਵਕਾਂ ਦੀ ਜਿਹੜੀ ਆਪ ਜੀ ਨੇ ਸੇਵਾ ਬਖਸ਼ੀ ਹੈ ਨਾ, ਉਹ ਆਪ ਜੀ ਦੇ ਦਾਸਾਂ ਦੀ ਸੇਵਾ ਹੀ ਕਰਦਾ ਰਹਾਂ। ਲੋਕਾਂ ਨੇ ਜਾਤ ਪਾਤ ਵੰਡ ਕੇ ਬਣਾਇਆ ਤੇ ਸੇਵਾਦਾਰੀ ਹੈ, ਪਰ ਸਤਿਗੁਰੂ ਜੀ ਮੈਂ ਸੱਚਮੁੱਚ ਹੀ ਸੇਵਾਦਾਰ ਬਣਨਾ ਚਾਹੁੰਦਾ, ਹੋਰ ਕੋਈ ਇੱਛਾ ਹੀ ਨਹੀਂ। ਸੁਣ ਬੋਲੇ ਸਤਿਗੁਰੂ ਸੁਖ ਆਕਰ, ਨੀਚੋ ਊਚ ਕਰੈ ਮਮ ਠਾਕੁਰ। ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਕਿ ਭਾਈ ਰੂਪ ਚੰਦ ਤੂੰ ਸਤਿਗੁਰਾਂ ਦੀ ਬਾਣੀ ਤੇ ਪੜ੍ਹਦੀ ਹੈ, ਭਗਤਾਂ ਨੇ ਬਚਨ ਕਹੇ ਨੇ ਕਿ ਜਿਹੜਾ ਨੀਚੋ ਊਚ ਕਰੈ ਮਮ ਠਾਕੁਰ, ਮੇਰਾ ਠਾਕੁਰ ਨੀਚਾ ਤੋਂ ਉੱਚਾ ਕਰਨ ਵਾਲਾ ਹੈ। ਔਰ ਭਗਤ ਜੀ ਕਹਿੰਦੇ ਨੇ ਬਸ ਇਹ ਮੇਰਾ ਮਾਲਕ ਹੀ ਕਰ ਸਕਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਧਰੈ। ਭਾਈ ਉਹ ਤਾਂ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਔਰ ਮੇਰਾ ਮਾਲਕ ਇਹ ਕਰ ਸਕਦਾ ਹੈ। ਔਰ ਦੂਜੀ ਗੱਲ ਹੈ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਬਾਬਾ ਕਬੀਰ ਜੀ ਨੇ ਤਾਂ ਬਚਨ ਕਹੇ ਨੇ ਕਿ ਨੀਵਾ ਕੋਈ ਹੈ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ, ਜਿਹੜੇ ਨਾਮ ਤੋਂ ਵਾਂਝੇ ਨੇ ਉਹਨਾਂ ਨੂੰ ਕੁਮਜਾਤ ਕਿਹਾ ਹੈ। ਜੇ ਕਿਸੇ ਦੀ ਮਾੜੀ ਜਾਤ ਹੈ, ਨੀਵੀਂ ਜਾਤ ਹੈ, ਉਹਨਾਂ ਦੀ ਹੈ ਜਿਹੜੇ ਰੱਬ ਦੇ ਨਾਮ ਨਾਲੋਂ ਟੁੱਟੇ ਹੋਏ ਨੇ। ਔਰ ਸਤਿਗੁਰੂ ਜੀ ਨੇ ਜਿੱਥੇ ਬਚਨ ਕਹੇ ਕਿ ਭਾਈ ਉਹ ਨੀਵਿਆਂ ਤੋਂ ਉੱਚਾ ਕਰਨ ਵਾਲਾ, ਬਾਬਾ ਕਬੀਰ ਜੀ ਕਹਿੰਦੇ ਨੀਵਾਂ ਉੱਚਾ ਕੋਈ ਹੈ ਹੀ ਨਹੀਂ। ਜਾਤ ਕਰਕੇ ਮਾੜਾ ਚੰਗਾ ਕੋਈ ਨਹੀਂ। ਔਰ ਅੱਜ ਸਵੇਰ ਦਾ ਹੁਕਮਨਾਮਾ ਵੀ ਆਇਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹਿ। ਇੱਕ ਸ਼ਬਦ ਲਿਵ ਲਾਏ। ਉੱਥੇ ਭਗਤ ਜੀ ਨੇ ਬ੍ਰਾਹਮਣ ਨੂੰ ਸਮਝਾਇਆ ਵੀ ਸੀ ਕਿ ਤੂੰ ਬ੍ਰਾਹਮਣ ਕਿਵੇਂ ਤੇ ਮੈਨੂੰ ਸ਼ੂਦਰ ਕਿਉਂ ਕਹਿੰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਉੱਚੀ ਸਵਰਨ ਜਾਤੀ ਦਾ ਕਹਿੰਦਾ, ਮੈਨੂੰ ਨੀਚੀ ਜਾਤੀ ਦਾ ਤੇ ਸ਼ੂਦਰ ਕਹਿੰਦਾ ਹੈ। ਚਲੋ ਮੈਂ ਮੰਨ ਲੈਂਦਾ, ਮੇਰੇ ਸਵਾਲਾਂ ਦੇ ਜਵਾਬ ਤੇ ਦੇ ਕਿ ਜੇ ਤੂੰ ਬ੍ਰਾਹਮਣੀ ਦੇ ਪੇਟ ਵਿੱਚੋਂ ਜਨਮ ਲੈ ਕੇ ਬ੍ਰਾਹਮਣ ਬਣਿਆ ਤੇ ਫਿਰ ਤੇ ਚਾਹੀਦਾ ਸੀ ਕਿਸੇ ਹੋਰ ਰਸਤੇ ਤੇ ਜਨਮ ਲੈਂਦਾ, ਕਿਉਂਕਿ ਪੈਦਾਇਸ਼ ਦਾ ਜਿਹੜਾ ਰਸਤਾ ਮੇਰਾ ਉਹੀ ਤੇਰਾ। ਫਿਰ ਦੱਸ ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ। ਆਹ ਦੇਖ, ਜੇ ਮੇਰੇ ਸਰੀਰ ਦੇ ਵਿੱਚ ਲਹੂ ਹੈ ਤੇ ਤੇਰੇ ਸਰੀਰ ਦੇ ਵਿੱਚ ਕਿਹੜਾ ਦੁੱਧ ਹੈ। ਵੱਢ ਕੇ ਦੇਖ ਥੋੜ੍ਹੀ ਜੁੰਗਲ, ਜੇ ਤੇਰੇ ਵਿੱਚੋਂ ਦੁੱਧ ਨਿਕਲ ਆਇਆ ਤਾਂ ਮੈਂ ਸਮਝਾਂਗਾ ਤੂੰ ਸੱਚਮੁੱਚ ਬ੍ਰਾਹਮਣ ਉੱਚੀ ਜਾਤ ਵਾਲਾ ਹੈ। ਤੇ ਜੇ ਲਾਲ ਰੰਗ ਦੇ ਖੂਨ ਤੇਰੇ ਅੰਦਰ, ਲਾਲ ਰੰਗ ਦੇ ਮੇਰੇ ਅੰਦਰ ਹੈ, ਤੇ ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ। ਉੱਥੇ ਭਗਤ ਜੀ ਤੋਂ ਪਾਵਨ ਬਚਨ ਉਹਨਾਂ ਨੇ ਕਹੇ
कहते पंडित बामण कब ते होए, बामण कह कह जन्म मत खोए। कहते हम कत लोहू तुम कत दूध। और पहला पावन वचन जिस तो शुरू किया, कहते जे तू ब्राह्मण ब्राह्मणी जाया तो आन बाट कहीं नहीं आया। पंडित बामण कह कह जन्म मत खोए। और नाल किरपा कर देते, कहते जे तू ये समझ लवे साबित कर दवे किसी होर रस्ते थरी आया हुंदा दुध तेरे खून की थां ते दुध हुंदा ते वंड लैंदा। पंडित जी कहते ने फिर ब्राह्मण किनू कहते ने, कहते किसी जन्म लैन करके ब्राह्मण कोई नहीं हुंदा। ब्रह्म विचार है सो ब्राह्मण कहियत है हमारा है। साडे च ते ब्राह्मण उन्होंने कहा जाता जिहड़ा ब्रह्म दे विचार करता है। ब्रह्म दे विचार करने वाला रब नाल सांझ पाउण वाला ब्राह्मण है। और धन गुरु अमरदास महाराज जी ने बेनती बचन कहे ने आपां लड़ीवार अगे चलना है। सतगुरु जी कहते हैं बाबा कबीर जी ने बचन कहे कि एक नूर ते सब जग उपजिया, कौन भले को मंदे। कि शरीरा करके जन्म लैन का तरीका सब का इको है। रब ने एक बिंद तो सारे पैदा किए ने। फिर माड़ा कौन तो चंगा कौन, नीवा कौन तो उच्चा कौन। भाई नीचों ऊंच मेरा गुरु नाम करके करता है। और जिन्हों नाम मिल जे उनके वर्गा उच्चा कोई नहीं। और जिन्हों नाम भुल जे असल में उनके वर्गे माड़ी जात किसी की नहीं। सतगुरु जी ने समझाया भई ये हीणता कदे नहीं लैके आउणी, मंजी देनी क्योंकि तुसी मंजी के लायक हो। तुहानू रब ने परमेश्वर उच्चा किया है। अस कह मंजे बख्शे निका, सोडे कुल टेका कर टिका। इस तरह कह के धन गुरु हरगोबिंद साहिब जी ने मंजी बख्श दी। उत्ते टीका लाउण का जिक्र कवि संतोख सिंह ने किया, उही ढंग तरीका होएगा कि मंजे बख्शे अज दे इत्थों दे प्रचारक तुसी। अब जिम करहो साच होए जाए, तीखी तेग ना जिम अटकाई। ते कल्ली मंजी नहीं बख्शी, कला प्रचारक ही नहीं बनाया, गुरु साहब ने बख्शिशां भी कीतियां। कहते हुण अज तो जो तुसी मुख तो कहोगे वो सच होएगा। कि जिवें तिखी तलवार कोई चलावे ना, वो शरीर दे विच रुकदी नहीं, शरीर नूं पाड़ के कट के दूसरे पासे निकल जाती, तिखी होवे सही। भाई तिखी तलवार की तरह बोल होणगे, जो भी बोल तुसीं कहोगे वो सच होणगे, रुकने नहीं। तुझ ते सब्त पुत्र उपजै है, आगे बड़ो वंश बिरदै है। और गुरु साहब जी इन्नी किरपा करते हैं, हाले भाई रूपचंद का विआह नहीं होया। और सतगुरु जी पहलू बख्शिश करते हैं कि रूपचंद तेरे घर में 7 पुत्र पैदा होणगे। तो कल्ले 7 पुत्र नहीं, उनके अगों वंश जी बड़ी वधेगी। करो देग गुर के सुख पावो, निरहंकार होए फल पावो। क्योंकि भाई रूपा जी, भाई साधु जी, इन्हों के विच ते हंकार पहलू ही नहीं। सतगुरु जी कहते हैं अगे तुहाडी कुल भी जे निरहंकार हो के इस तरह देग करती रहेगी, तुसी देग करो। देग दा अर्थ लंगर तुसी लाओ, पर हंकार नहीं करना। पाओ सदेग रहे कुल जब लो, शक्त समेत होएंगे तब लो। तो सतगुरु जी कहते हैं रूपचंद कला तू ही नहीं, ये बख्शा अगे पीढ़ियां तो भी कर दी है कि तुहाडे खानदान विच अंश वंश विच जदों तक ये देग चलती रहेगी, तो जदों तक सह प्रेम रहणगे, हंकार ना करनगे, उदों तक ये बख्शा उन्होंने रहणगियां, ये ताकत उन्होंने कोल भी जाणगियां। जब दोनों नह रहे तुम्हारे, मिले तिखानन मह जिम सारे। तो सतगुरु कहते हैं भाई रूपचंद जदों तुहाडे अगे खानदान दे विच कुल दे विच जे दोवें चीज़ां ना रहीआं,
ਭਾਵ ਜੇ ਲੰਗਰ ਬੰਦ ਹੋ ਗਿਆ, ਜੇ ਗੁਰੂ ਦੇ ਪ੍ਰਤੀ ਪ੍ਰੇਮ ਨਾ ਰਿਹਾ, ਤੇ ਫਿਰ ਕੋਈ ਸ਼ਰਾਪ ਨਹੀਂ ਦਿੱਤਾ ਕਿ ਉਹਨਾਂ ਨਾਲ ਮਾੜਾ ਹੋ ਜਾਏਗਾ। ਕਹਿੰਦੇ ਮਿਲੇ ਤਿਖਾਨਣ ਮਹਿ ਜਿਮ ਸਾਰੇ, ਕਿ ਜਿਵੇਂ ਤੁਸੀਂ ਹੁਣ ਤੱਕ ਕਿਰਤ ਕਰਦੇ ਰਹੋ ਤਰਖਾਣਾ ਵਿੱਚ ਮਿਲ ਕੇ ਰੋਜੀ ਰੋਟੀ ਤਾਂ ਉਹਨਾਂ ਦੇ ਵੀ ਚੱਲੇਗੀ, ਤਰਖਾਣੀ ਵਾਲਾ ਕੰਮ ਫਿਰ ਕਰ ਲੈਣਗੇ। ਪਰ ਜਦੋਂ ਤੱਕ ਉਹਨਾਂ ਦੇ ਅੰਦਰ ਪ੍ਰੇਮ ਰਹੇਗੀ ਇਹ ਲੰਗਰ ਚੱਲਦਾ ਰਹੇਗਾ, ਇਹ ਤਾਕਤਾਂ ਬਖਸ਼ਾਂ ਉਹਨਾਂ ਦੇ ਅੱਗੇ ਚੱਲਦੀਆਂ ਰਹਿਣਗੀਆਂ। ਕਰ ਗੁਰ ਕੇ ਸੇਵਾ ਤੁਮ ਪਾਏ, ਕਰੇ ਉਦਾਹਰਣ ਕੁਲ ਸਮੁਦਾਇ। ਸਤਿਗੁਰੂ ਜੀ ਕਹਿੰਦੇ ਨੇ ਇਹ ਬਖਸ਼ਿਸ਼ ਭਾਈ ਰੂਪਚੰਦ ਦੀ ਤੁਸੀਂ ਸੇਵਾ ਕਰਕੇ ਪ੍ਰਾਪਤ ਕੀਤੀ ਹੈ, ਤੇ ਇਕੱਲੇ ਆਪਣੇ ਨੇ ਕਰੇ ਉਦਾਹਰਣ ਕੁਲ ਸਮੁਦਾਇ, ਤੁਸੀਂ ਆਪਣੀਆਂ ਸਾਰੀਆਂ ਕੁੱਲਾਂ ਨੂੰ ਉਧਾਰ ਲਿਆ ਹੈ। ਔਰ ਭਾਈ ਰੂਪੇ ਕਿ ਤੁਸੀਂ ਅੱਜ ਵੀ ਜਾਓ, ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਚੱਲਦਾ 24 ਘੰਟੇ ਚੱਲਦਾ ਹੈ। ਔਰ ਲਿਖਿਆ ਉੱਥੇ ਗੁਰੂ ਕਾ ਲੰਗਰ ਹੁੰਦਾ ਹੈ, ਗੁਰੂ का ही है। ਸੁਣਕਾਰ ਪਿਤਾ ਪੁੱਤਰ ਹਰ ਖਾਏ, ਬਣ ਨਿਮਰੇ ਹੋਏ ਸੇਵ ਕਮਾਏ। ਕਹਿੰਦੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਦੋਵੇਂ ਪਿਓ ਪੁੱਤਰ ਬੜੇ ਪ੍ਰਸੰਨ ਨੇ, ਨਿਮਰਤਾ ਵਿੱਚ ਪਹਿਲੂ ਸਨ, ਪਰ ਇੰਨੀਆਂ ਤਾਕਤਾਂ ਲੈ ਕੇ ਹੋਰ ਨਿਮਰ ਹੋਏ ਨੇ। ਜਨੜੇ ਰੂਪੇ ਕੀ ਹਰ ਖਾਏ, ਸਿੱਖ ਦੀਰਘ ਸ਼ੁਭ ਆਕੁਲ ਜਾਈ। ਇਹ ਸੁਣ ਕੇ ਭਾਈ ਰੂਪਚੰਦ ਦੀ ਜਨਨੀ ਉਹਨਾਂ ਦੀ ਮਾਂ ਤੇ ਭਾਈ ਆਕੁਲ ਸਿੱਖ ਦੀ ਜਿਹੜੀ ਧੀ ਹੈ ਉਹ ਬੜੀ ਪ੍ਰਸੰਨ ਹੋਈ, ਕਿਉਂਕਿ ਗੁਰੂ ਸਾਹਿਬ ਜੀ ਨੇ 7 ਪੁੱਤਰਿਆਂ ਦਾ ਵੀ ਵਰ ਦੇ ਦਿੱਤਾ ਨਾ, ਬਚਨ ਕਹਿ ਦਿੱਤੇ ਕਿ ਰੂਪਚੰਦ ਦੇ ਘਰ 7 ਪੁੱਤਰ ਹੋਣਗੇ। ਮਾਸ ਭਾਦਰਪਦ ਅਰਧ ਬਿਤਾਇਓ, ਸ੍ਰੀ ਹਰਗੋਬਿੰਦ ਬਸ ਸੁਖ ਪਾਇਓ। ਸਤਿਗੁਰੂ ਜੀ ਭਾਦਰੋਂ ਦੇ ਮਹੀਨੇ ਵਿੱਚ ਆਏ ਸਨ, ਤੇ ਅੱਧਾ ਭਾਦਰੋਂ ਦਾ ਮਹੀਨਾ ਜਿਹੜਾ ਉੱਥੇ ਰਹਿ ਕੇ ਬਤੀਤ ਕੀਤਾ। ਇਹ ਕਹਿੰਦੇ ਕਿ 15-20 ਦਿਨ ਰਹੇ। ਗੁਰੂ ਸਾਹਿਬ ਜੀ ਬੜੇ ਸੁੱਖ ਦੇ ਵਿੱਚ ਉੱਥੇ ਰਹੇ। ਨਿਜ ਸੇਵਕ ਬਹੁ ਕਰੇ ਨਿਹਾਲ, ਹਲਤ ਪਲਤ ਸੁਖ ਦੇ ਵਿਸਾਲ। ਤੇ ਇੱਥੇ ਭਾਈ ਰੂਪੇ ਕੇ ਨਗਰ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੇ ਹੋਰ ਆਪਣੇ ਅਨੇਕਾਂ ਜਿਹੜੇ ਸੇਵਕ ਨੇ ਉਹਨਾਂ ਦੀ ਸੇਵਾ ਵੇਖ ਵੇਖ ਕੇ ਉਹਨਾਂ ਨੂੰ ਨਿਹਾਲ ਕੀਤਾ। ਹਲਤ ਪਲਤ ਸੁਖ ਦੇ ਵਿਸਾਲ, ਬੜਿਆਂ ਨੂੰ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਕੀਤਾ। ਬੜਿਆਂ ਨੂੰ ਗੁਰੂ ਦਾ ਨਾਮ ਦੇ ਕੇ ਉਪਦੇਸ਼ ਦੇ ਕੇ ਸਿੱਖੀ ਵਾਲੇ ਪਾਸੇ ਪ੍ਰੇਰ ਕੇ ਸਿੱਖ ਬਣਾਇਆ, ਉਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਵੀ ਖਤਮ ਕੀਤਾ, ਸਮੇਂ ਦੀ ਵੀ ਸਮਾਪਤੀ ਹੈ। ਆਓ 1-2 ਵਾਰੀ ਰਚਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ